ਯੂਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਅਤੇ ਤਰਕਸ਼ੀਲ ਸੁਸਾਇਟੀ ਇਕਾਈ ਭੁੱਚੋ ਦੇ ਸਾਥੀਆਂ ਵੱਲੋਂ ਸ਼ਿਮਲਾ ਵਿਖੇ ਖੂਨਦਾਨ ਕੈਂਪ ਲਾਉਣ ਲਈ ਚਾਲੇ ਪਾਏ ਗਏ। ਅੱਜ ਸਵੇਰੇ ਭੁੱਚੋ ਮੰਡੀ ਤੋਂ ਕੁਝ ਸਾਥੀਆਂ ਨੂੰ ਲੈਣ ਲਈ ਗੱਡੀ ਰਵਾਨਾ ਹੋਈ। ਗੱਡੀ ਵਿੱਚ ਪਹਿਲਾਂ ਹੀ ਨਥਾਣਾ ਤੋਂ ਕੁਝ ਸਾਥੀ ਧਰਮਵੀਰ ਭੋਲਾ, ਕੁਲਵੰਤ ਅਤੇ ਸਾਡੇ ਮਲਵਈ ਗਿੱਧੇ ਦੀ ਟੀਮ ਹਾਜ਼ਰ ਸੀ। ਤਰਕਸ਼ੀਲ ਸੁਸਾਇਟੀ ਇਕਾਈ ਭੁੱਚੋ ਦੇ ਆਗੂ ਹਰਮੇਲ ਸਾਗਰ ਅਤੇ ਹੋਰ ਸਾਥੀ ਮੌਜੂਦ ਸੀ। ਕੁਝ ਸਾਥੀਆਂ ਨੂੰ ਭੁੱਚੋ ਮੰਡੀ ਘਰ ਤੋਂ ਲੈ ਕੇ ਚਾਲੇ ਪਾਏ ਗਏ। ਗੱਡੀ ਜਦੋਂ ਹੀ ਰਵਾਨਾ ਕੀਤੀ, ਭੁੱਚੋ ਤੋਂ ਲਹਿਰਾ ਵੇਗਾ ਲਿੰਕ ਰੋਡ ਤੇ ਜਾਂਦਿਆਂ ਜਦੋਂ ਹਾਈਵੇ ਤੇ ਜਾਣ ਲੱਗੇ ਤਾਂ ਅੱਗਿਓਂ ਕੁਝ ਸਾਥੀਆਂ ਦੇ ਫੋਨ ਆ ਰਹੇ ਸੀ ਕਿ ਆਪਾਂ ਇਕੱਤਰ ਹੋਵਾਂਗੇ ਨੈਸ਼ਨਲ ਹਾਈਵੇ ਤੇ, ਪਰ ਅੱਗੇ ਰਸਤਾ ਜਾਮ ਮਿਲਿਆ। ਅੱਗੇ ਰੋਡ ਜਾਮ ਸੀ। ਗੱਡੀ ਵਾਪਸ ਫਿਰ ਭੁੱਚੋ ਮੰਡੀ ਵੱਲ ਨੂੰ ਕਰਨੀ ਪਈ। ਮੁੜਦੇ ਮੜਾਉਂਦਿਆਂ ਗੱਡੀ ਨੂੰ ਭੁੱਚੋ ਮੰਡੀ ਵਿਧੀ ਕਰਦੇ ਨੈਸ਼ਨਲ ਹਾਈਵੇ 7 ਤੇ ਚੜ੍ਹਨਾ ਸੀ। ਸਾਥੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਇਹ ਗੱਡੀ ਨੈਸ਼ਨਲ ਹਾਈਵੇ ਤੇ ਚੜ੍ਹੇ ਤੇ ਸ਼ਿਮਲਾ ਨੂੰ ਅਸੀਂ ਨੇੜ ਤੋਂ ਦੇਖੀਏ। ਲਹਿਰਾ ਵੇਗਾ ਟੋਲ ਪਲਾਜ਼ਾ ਤੇ ਆਉਂਦਿਆਂ ਹੀ ਸਾਥੀ ਅਮਨਦੀਪ ਦਾ ਫੋਨ ਆਇਆ ਕਿ ਉਹ ਲਹਿਰਾ ਵੇਗਾ ਬੱਸ ਸਟੈਂਡ ਤੇ ਖੜੇ ਨੇ। ਟੋਲ ਤੋਂ ਹੁੰਦਿਆਂ ਹੋਇਆਂ ਗੱਡੀ ਨੈਸ਼ਨਲ ਹਾਈਵੇ 7 ਉੱਪਰ ਸ਼ੂਕਦੀ ਜਾ ਰਹੀ ਸੀ। ਸਾਰੇ ਸਾਥੀਆਂ ਦੇ ਦਿਲਾਂ ਵਿੱਚ ਬੜੇ ਚਾਅ ਉਮੰਗ ਕਿ ਇਸ ਪੰਜਾਬ ਦੀ ਗਰਮੀ ਤੋਂ ਕੁਝ ਰਾਹਤ ਪਾਉਣ ਲਈ ਹਸੀਨ ਵਾਦੀਆਂ ਦੇ ਵਿੱਚ ਜਾਇਆ ਜਾਵੇ। ਗੱਡੀ ਟੋਲ ਤੋਂ ਜਿਉਂ ਹੀ ਨਿਕਲੀ ਤਾਂ ਅੱਗੇ ਖੜੇ ਸਾਥੀ ਅਮਨਦੀਪ ਅਤੇ ਹੋਰ ਮਿੱਤਰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਉਹਨਾਂ ਗੱਡੀ ਨੂੰ ਜਲਦੀ ਇਸ਼ਾਰਾ ਕੀਤਾ ਅਤੇ ਸ਼ਿਮਲੇ ਵੱਲ ਜਾਣ ਦੀਆਂ ਤਿਆਰੀਆਂ ਸਾਂਝੀਆਂ ਕਰਦੇ ਹੋਏ ਸਾਥੀ ਫੋਟੋਆਂ ਕਰਾ ਰਹੇ ਸਨ ਅਤੇ ਦਿਲ ਵਿੱਚ ਉਮੰਗਾਂ ਨੂੰ ਲੈ ਕੇ ਸ਼ਿਮਲੇ ਵੱਲ ਨੂੰ ਜਾ ਰਹੇ ਸੀ। ਛੋਟੀਆਂ ਗੱਡੀਆਂ ਨਾਲ ਚੱਲ ਰਹੀਆਂ ਸੀ, ਜਿਸ ਵਿੱਚ ਸਾਥੀ ਅਮਨਦੀਪ, ਬਾਈ ਇੰਦਰਜੀਤ, ਬਾਬਾ ਮੇਵਾ, ਅਮਨਦੀਪ ਤੇ ਮਾਨ ਮਾਨਸਾ ਵਾਲਾ ਹਾਜ਼ਰ ਸੀ। ਚਲਦੇ ਚਲਾਉਂਦੇ ਗੱਡੀ ਗੁਰਦੁਆਰਾ ਪਰਮੇਸ਼ਰ ਦੁਆਰ ਪਹੁੰਚੀ। ਸਾਰੇ ਹੀ ਸਾਥੀ ਗੱਡੀ ਵਿੱਚੋਂ ਉਤਰੇ ਅਤੇ ਗੁਰਦੁਆਰਾ
ਪਰਮੇਸ਼ਰ ਦੁਆਰ ਵਿਖੇ ਨਤਮਸਤਕ ਹੋਣ ਲਈ ਚਾਲੇ ਪਾਏ। ਗੁਰੂ ਸਾਹਿਬ ਅੱਗੇ ਨਤਮਸਤਕ ਹੋਏ, ਅਰਦਾਸਾਂ ਕੀਤੀਆਂ। ਦਰਬਾਰ ਸਾਹਿਬ ਵਿਖੇ ਸਾਰੇ ਹੀ ਸਾਥੀ ਨਤਮਸਤਕ ਹੁੰਦੇ ਹੋਏ ਗੁਰੂ ਸਾਹਿਬ ਅੱਗੇ ਬੇਨਤੀਆਂ ਕਰ ਰਹੇ ਸਨ। ਦੂਰੋਂ ਦੂਰੋਂ ਇਸ ਸਥਾਨ ਤੇ ਸੰਗਤਾਂ ਪਹੁੰਚਦੀਆਂ ਹਨ। ਜਦੋਂ ਵੀ ਕਦੇ ਪਟਿਆਲਾ ਨੂੰ ਜਾਣਾ ਹੋਵੇ ਤਾਂ ਸੰਗਤ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਜ਼ਰੂਰ ਨਤਮਸਤਕ ਹੁੰਦੀ ਹੈ। ਸਾਰੀ ਸੰਗਤ ਨੇ ਬੜੇ ਸ਼ਰਧਾ ਅਤੇ ਪਿਆਰ ਨਾਲ ਇੱਥੇ ਨਤਮਸਤਕ ਹੁੰਦਿਆਂ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਂ ਬੇਸ਼ੱਕ ਕਾਫੀ ਹੋ ਗਿਆ ਸੀ। ਅੱਗੇ ਲੰਘ ਚੁੱਕੇ ਸਾਥੀਆਂ ਦੇ ਫੋਨ ਵੀ ਆ ਰਹੇ ਸੀ, ਪਰ ਸੰਗਤ ਵੱਲੋਂ ਲੰਗਰ ਵਿੱਚ ਹਾਜ਼ਰੀਆਂ ਭਰੀਆਂ ਗਈਆਂ। ਸ਼ਰਧਾ ਅਤੇ ਪ੍ਰੇਮ ਪਿਆਰ ਨਾਲ ਸਿੰਘ ਸਾਹਿਬਾਨਾਂ ਵੱਲੋਂ ਸਾਰੀ ਸੰਗਤ ਨੂੰ ਲੰਗਰ ਛਕਾਇਆ ਗਿਆ। ਸੰਗਤ ਸਵੇਰ ਤੋਂ ਚੱਲੀ ਹੋਈ ਸੀ, ਸਮਾਂ ਵੀ ਕਾਫੀ ਹੋ ਗਿਆ ਸੀ। ਲੰਗਰ ਵਿੱਚ ਸਿੰਘ ਸਾਹਿਬ ਵੱਲੋਂ ਜਲੇਬੀਆਂ ਤੇ ਚਾਹ ਵਰਤਾਈ ਜਾ ਰਹੀ ਸੀ। ਅੰਤ ਜਾਣ ਦਾ ਸਮਾਂ ਆਇਆ ਤਾਂ ਸਾਥੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਤਸਵੀਰਾਂ ਕਰਵਾ ਕੇ ਚਾਲੇ ਪਾਏ ਗਏ। ਜਿਉਂ-ਜਿਉਂ ਗੱਡੀ ਪੰਜਾਬ ਤੋਂ ਹਿਮਾਚਲ ਵੱਲ ਨੂੰ ਜਾ ਰਹੀ ਸੀ, ਬੇਸ਼ੱਕ ਗਰਮੀ ਕੁਝ ਘਟ ਰਹੀ ਸੀ ਔਰ ਸ਼ਿਮਲੇ ਦੇ ਪਹਾੜਾਂ ਨੂੰ ਵੇਖਣ ਲਈ ਉਤਸੁਕਤਾ ਵੱਧਦੀ ਹੀ ਦਿਖਾਈ ਦੇ ਰਹੀ ਸੀ। ਹਰ ਇੱਕ ਸਾਥੀ ਦਾ ਮਨ ਕਰ ਰਿਹਾ ਸੀ ਕਿ ਕਦੋਂ ਉੱਥੇ ਪਹੁੰਚੇ ਅਤੇ ਇਸ ਕੁਝ ਗਰਮੀ ਤੋਂ ਰਾਹਤ ਪਾਈ ਜਾਵੇ। ਨਾਲ ਹੀ ਸਾਥੀ ਮਲਵਈ ਗਿੱਧੇ ਦੀ ਟੀਮ ਜੋ ਕਿ ਮਾਲਵੇ ਦੇ ਬੋਲੀਆਂ ਨੂੰ ਪੇਸ਼ ਕਰਦੀ ਪਹਾੜਾਂ ਵਿੱਚ ਪਹੁੰਚ ਚੁੱਕੀ ਸੀ। ਦੂਰੋਂ ਦਿਸ ਰਹੇ ਵੱਡੇ ਵੱਡੇ ਪਹਾੜ, ਹਵਾ ਦੇ ਵਿੱਚ ਸਿੱਲੀ ਸਿੱਲੀ ਹਵਾ ਅਤੇ ਗਰਮੀ ਤੋਂ ਕੁਝ ਨਜ਼ਾਤ ਪਾਉਂਦੀਆਂ ਇਹ ਵਾਦੀਆਂ ਵਾਕਿਆ ਹੀ ਇੱਕ ਮਨਮੋਹਕ ਨਜ਼ਾਰਾ ਸੀ। ਪਹੁੰਚ ਗਏ ਸੀ ਤਾਰਾ ਦੇਵੀ। ਸ਼ਿਮਲਾ ਤੋਂ ਕੁਝ ਕਿਲੋਮੀਟਰ ਪਹਿਲਾਂ ਤਾਰਾ ਦੇਵੀ ਜਿੱਥੇ ਅਸੀਂ ਰੁਕਣਾ ਸੀ। ਹਿਮਾਚਲ ਦੀਆਂ ਵਾਦੀਆਂ ਦੇ ਵਿੱਚ ਪਹੁੰਚ ਚੁੱਕਿਆ ਸਾਡੇ ਖੂਨਦਾਨੀਆਂ ਦਾ ਕਾਫਲਾ। ਜੀ ਦੋਸਤੋ, ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰਿਕਾਰਡ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ। ਬਠਿੰਡਾ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਤੋਂ, ਸ਼ਹਿਰਾਂ ਤੋਂ, ਭੁੱਚੋ ਮੰਡੀ ਤੋਂ ਸਾਡਾ ਖੂਨਦਾਨੀਆਂ ਦਾ ਕਾਫਲਾ ਅੱਜ ਸਕਾਊਟ ਹੱਟ ਨੂੰ ਚਾਲਾ ਪਾਉਣ ਲਈ ਇਕੱਤਰ ਹੋਇਆ ਹੈ। ਤਾਰਾ ਦੇਵੀ ਪਹੁੰਚ ਚੁੱਕੇ ਹਾਂ ਜੀ। ਬਠਿੰਡਾ ਤੋਂ ਸਵੇਰੇ ਅਸੀਂ ਇਕੱਤਰ ਹੋ ਕੇ ਗੱਡੀਆਂ ਤੇ ਇਹ ਕਾਫਲਾ ਸ਼ੁਰੂ ਕੀਤਾ ਸੀ ਔਰ ਗੱਲ ਕਰੀਏ ਹਿਮਾਚਲ ਦੀਆਂ ਵਾਦੀਆਂ ਦੇ ਵਿੱਚ ਪਹੁੰਚ ਕੇ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਹਾਂ।
ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ ਤੇ ਸਾਡੇ ਨਾਲ ਜਿੱਥੇ ਖੂਨਦਾਨੀ ਸੱਜਣ ਆਏ ਨੇ ਨਾਲ ਮਲਵਈ ਗਿੱਧੇ ਦੀ ਟੀਮ ਵੀ ਇੱਥੇ ਪਹੁੰਚੀ ਹੈ ਜੋ ਕਿ 3 ਦਿਨ ਇੱਥੇ ਰੌਣਕ ਲਾਏਗੀ। ਬੋਲੀਆਂ ਮਲਵਈ ਗਿੱਧੇ ਦੀਆਂ ਸੁਣਨ ਨੂੰ ਮਿਲਣਗੀਆਂ। ਸਾਰਾ ਇਹ ਪ੍ਰੋਗਰਾਮ ਤੁਹਾਨੂੰ ਅਸੀਂ ਲਗਾਤਾਰ ਦਿਖਾਉਂਦੇ ਰਹਾਂਗੇ। ਸਾਡੇ ਨਾਲ ਮਲਵਈ ਗਿੱਧੇ ਦੀ ਟੀਮ। ਸੋ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਹੋ? ਬਠਿੰਡੇ ਤੋਂ ਜੀ। ਕਹਿੰਦੇ ਬਠਿੰਡੇ ਤੋਂ ਨੇ ਆਏ ਬਾਈ ਤੇ ਮਲਵਈ ਗਿੱਧੇ ਦੀ ਟੀਮ ਦੇ ਮੈਂਬਰ ਨੇ। ਕੀ ਨਾਮ ਹੈ ਬਾਈ ਦਾ? ਮਣੀ ਹੈ ਜੀ। ਮਣੀ ਬਾਈ ਬਾਵਾ ਮਲਵਈ ਗਿੱਧਾ ਮਾਲਵਾ ਬਾਵਾ ਮਲਵਈ ਗਿੱਧਾ ਗਰੁੱਪ। ਮਲਵਈ ਗਿੱਧਾ ਗਰੁੱਪ। ਸੋ ਬਹੁਤ ਸਵਾਗਤ। ਆਪਾਂ ਕਹੀਏ ਹਿਮਾਚਲ ਦੀ ਧਰਤੀ ਤੇ ਪਹੁੰਚੇ ਹਾਂ ਪੰਜਾਬੀ ਵਿਰਸੇ ਨੂੰ ਲੈ ਕੇ, ਖੂਨਦਾਨ ਲਹਿਰ ਨੂੰ ਲੈ ਕੇ। ਸਫ਼ਰ ਦੀ ਗੱਲ ਕਰੀਏ, ਅੱਜ ਸਵੇਰੇ ਕਿੰਨੇ ਵਜੇ ਚੱਲੇ? ਸੁਬਾਹ ਚੱਲੇ ਸੀ, ਵੈਸੇ ਤਾਂ 3 ਵਜੇ ਦੇ ਰੈਡੀ ਹੋਏ ਵੇ ਆ। ਸੋ 2-4 ਚਲੋ ਵੀ ਵਿੱਚੋਂ ਲੇਟ ਹੋ ਗਏ ਬਾਈ। ਸੋ ਟਾਈਮ ਤੋਂ ਆਪਾਂ 5 ਵਜੇ ਤੁਰ ਪਏ ਸੀ। 5 ਵਜੇ ਪੁੱਛੋ ਮੰਡੀ ਤੋਂ ਚੱਲੇ ਪਾਏ ਨੇ। ਕਿੰਨੀ ਕੁ ਉਤਸੁਕਤਾ ਸੀ ਦਿਲ ਦੇ ਵਿੱਚ ਕਿ ਕਦੋਂ ਪਹੁੰਚੀਏ ਤਾਰਾ ਦੇਵੀ ਹਿਮਾਚਲ ਦੀਆਂ ਵਾਦੀਆਂ ਦੇ ਵਿੱਚ? ਸਫ਼ਰ ਤਾਂ ਮਤਲਬ ਕਿ ਬਹੁਤ ਵਧੀਆ ਰਿਹਾ ਜੀ, ਪਰ ਸਫ਼ਰ ਨੂੰ ਮੇਨਟੇਨ ਰੱਖਣਾ, ਜੇ ਆਉਣਾ ਤਾਂ ਆਪਣੇ ਆਪ ਨੂੰ ਇੰਨਾ ਕੁ ਮੇਨਟੇਨ ਰੱਖੋ, ਨਾਲ ਕੋਈ ਨਾ ਕੋਈ ਜਿਵੇਂ ਕੋਈ ਟੌਫੀ ਵਗੈਰਾ ਲੈ ਕੇ ਆਓ, ਕਿਉਂਕਿ ਘਬਰਾਹਟ ਜ਼ਰੂਰ ਹੁੰਦੀ ਆ। ਆਪਣੇ ਖਾਣੇ ਨੂੰ ਆਪਣੇ ਆਪ ਨੂੰ ਮੇਨਟੇਨ ਉਨਾ ਕੁ ਰੱਖੋ ਵੀ, ਕਿਉਂਕਿ ਘਬਰਾਹਟ ਹੁੰਦੀ ਆ ਉਹਦੇ ਕਾਰਨ, ਕਿਉਂਕਿ ਮੇਰੇ ਨਾਲ ਖੁਦ ਨਾਲ ਹੋ ਚੁੱਕੀ। ਬਾਈ ਨਾਲ ਵਾਪਰੀ ਹੋਈ ਹੈ ਜੇ ਘਟਨਾ ਤੇ ਹੱਡ ਬੀਤੀ ਆਪਣੇ ਸਾਂਝੀ ਕਰਦੇ ਆ ਵੀ ਜੇ ਅੱਗੇ ਤੋਂ ਕਿਸੇ ਨੇ ਆਉਣਾ, ਘਬਰਾਹਟ ਜ਼ਰੂਰ ਹੁੰਦੀ ਆ, ਰਾਹ 'ਚ ਗੱਡੀ ਰੁਕਾ ਲਓ, ਨਹੀਂ ਗੱਡੀ ਰੁਕਦੀ ਨਹੀਂ। ਬਿਲਕੁਲ ਸਫ਼ਰ ਦੌਰਾਨ ਖਾਣ ਪੀਣ ਦੀ ਗੱਲ ਕਰੀਏ ਬਹੁਤ ਘੱਟ ਮੇਨਟੇਨ ਰੱਖਣਾ ਪਰ। ਸੋ ਦੋਸਤੋ, ਇਸ ਤੋਂ ਬਾਅਦ ਆਪਾਂ ਤਾਰਾ ਦੇਵੀ ਸਕਾਊਟ ਹੱਟ ਨੂੰ ਚਾਲੇ ਪਾਉਣੇ ਆ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੱਖ-ਵੱਖ ਸ਼ਹਿਰਾਂ ਤੋਂ ਸੋ ਰਾਜੂ ਜਲਾਲ ਜੀ, ਬਾਈ ਸਤਿ ਸ਼੍ਰੀ ਅਕਾਲ। ਵੈਲਕਮ। ਸੋ ਬਾਈ ਜੀ ਵੈਲਕਮ ਪਹਿਲਾਂ ਤੁਹਾਡਾ। ਬਹੁਤ ਸ਼ੁਕਰੀਆ, ਧੰਨਵਾਦ। ਤੇ ਬਠਿੰਡੇ ਏਰੀਏ ਦੇ ਵਿੱਚੋਂ ਆਏ। ਹਾਂਜੀ। ਕਿੰਨੀ ਗਰਮੀ ਸੀ? ਮੈਂ ਕਿਹਾ ਸਾਹ ਨਹੀਂ ਸੀ ਆਉਂਦਾ, ਬੁਰਾ ਹਾਲ ਸੀ। ਇੱਥੇ ਆ ਕੇ ਸੈੱਟ ਹੋਇਆ, ਮਾੜਾ ਜਿਹਾ ਮੌਸਮ ਦੇਖ ਕੇ ਸਵਾਦ ਆ ਗਿਆ ਤੇ ਹਲੇ ਦੇਖਾਂਗੇ 2 ਦਿਨ ਹੋਰ। 2 ਦਿਨ ਹਜੇ ਜਿਹੜੀਆਂ ਹਸੀਨ ਵਾਦੀਆਂ ਦਾ ਨਜ਼ਾਰਾ ਲੈਣਾ। ਹਾਂਜੀ ਬਿਲਕੁਲ। ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲੈਣਾ। ਹਾਂਜੀ ਖੂਨਦਾਨ ਕਰਾਂਗੇ। ਬਿਲਕੁਲ ਖੂਨਦਾਨ ਲਹਿਰ ਨੂੰ ਅੱਗੇ ਲੈ ਕੇ ਜਾਵਾਂਗੇ। ਸੋ ਬਹੁਤ ਸਵਾਗਤ ਹੈ। ਅੱਜ ਆਪਾਂ ਇੱਥੇ ਇਕੱਤਰ ਹੋਏ ਆ, ਇਸ ਤੋਂ ਬਾਅਦ ਆਪਾਂ ਸਕਾਊਟ ਹੱਟ ਨੂੰ ਚਾਲੇ ਪਾਉਣੇ ਆ। ਆਓ ਦੋਸਤੋ ਚੱਲਦੇ ਆ ਸਕਾਊਟ ਹੱਟ ਤੇ ਤੁਹਾਨੂੰ ਦਿਖਾਉਣੇ ਆ ਹਿਮਾਚਲ ਦੀਆਂ ਵਾਦੀਆਂ। ਆਪੋ ਆਪਣਾ ਸਮਾਨ ਚੁੱਕ ਸਾਥੀ ਤਾਰਾ ਦੇਵੀ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਦੇ ਵਿੱਚ ਹੀ ਹੁੰਦੇ ਹੋਏ ਸਕਾਊਟ ਹੱਟ ਵੱਲ ਨੂੰ ਤੁਰ ਪਏ। ਇੱਥੇ ਸਾਥੀ ਕਰਮਜੀਤ ਅਤੇ ਸਾਥੀ ਰਾਜੂ ਜਲਾਲ ਪਹਿਲਾਂ ਹੀ ਪਹੁੰਚ ਚੁੱਕੇ ਸੀ। ਉਹਨਾਂ ਨੂੰ ਨਾਲ ਲੈਂਦੇ ਹੋਏ ਸਾਰੇ ਸਾਥੀ ਸਕਾਊਟ ਹੱਟ ਨੂੰ ਚਾਲੇ ਪਾਉਣ ਲੱਗੇ। ਸਾਥੀ ਤਰਸੇਮ ਨਾਲ ਹੁੰਦੇ ਹੋਏ ਪਹਾੜ ਦੀਆਂ ਪਗਡੰਡੀਆਂ ਵਿੱਚਦੀ ਹੁੰਦੇ ਤਸਵੀਰਾਂ ਖਿਚਾਉਂਦੇ ਆਖਿਰ ਸਕਾਊਟ ਹੱਟ ਪਹੁੰਚੇ, ਜਿੱਥੇ ਸਾਥੀ ਵਿਜੇ ਭੱਟ ਜੀ ਅਤੇ ਜਸਕਰਨਮੀਤ ਅਤੇ ਮਾਸਟਰ ਜੀ ਇੰਤਜ਼ਾਰ ਕਰ ਰਹੇ ਸੀ। ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਸਕਾਊਟ ਹੱਟ ਅੱਜ ਵੀ ਵਿਲੱਖਣ ਪਹਿਚਾਣ ਰੱਖਦਾ ਹੈ। ਸਾਰੇ ਸਾਥੀ ਬੱਸ ਦੇ ਅੱਗੇ ਇੰਤਜ਼ਾਰ ਕਰਦੇ ਇਕੱਤਰ ਹੋਏ ਅਤੇ ਥਕਾਵਟ ਦੂਰ ਕਰ ਰਹੇ ਸਨ। ਇਸ ਭਾਗ ਵਿੱਚ ਇੱਥੋਂ ਤੱਕ। ਅਗਲੀ ਗੱਲਬਾਤ ਦੇਖਣ ਲਈ ਵੀਡੀਓ ਦਾ ਅਗਲਾ ਭਾਗ ਜ਼ਰੂਰ ਵੇਖੋ। ਦਿਖਾਵਾਂਗੇ